ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਨਫੋਕਸ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਇਨਫੋਕਸ ਵਿੱਚ ਅੱਜ ਅਸੀਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਓਨਟਾਰੀਓ ਐਨਡੀਪੀ ਪਾਰਟੀ ਦੀ ਡਿਪਟੀ ਲੀਡਰ ਸਾਰਾ ਸਿੰਘ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੈਂਡੈਮਿਕ ਦੇ ਦੌਰਾਨ ਓਨਟਾਰੀਓ ਸਰਕਾਰ ਵੱਲੋਂ ਜੋ ਕਦਮ ਚੁੱਕੇ ਗਏ ਨੇ ਉਸ ਤੇ ਕੀ ਕਹਿਣਾ ਹੈ ਐਨਡੀਪੀ ਪਾਰਟੀ ਦਾ। ਸੋ ਆਓ ਸ਼ੁਰੂ ਕਰਦੇ ਹਾਂ ਇਨਫੋਕਸ। ਸਤਿ ਸ਼੍ਰੀ ਅਕਾਲ ਸਾਰਾ ਜੀ, ਥੈਂਕ ਯੂ ਸੋ ਮਚ ਪੀਟੀਸੀ ਪੰਜਾਬੀ ਦੇ ਲਈ ਟਾਈਮ ਕੱਢਣ ਦੇ ਲਈ। Thank you, G. Rupinder, for having me on today. ਜੀ ਸਾਰਾ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਦੋਂ ਤੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਹੈ, ਖਾਸ ਤੌਰ ਤੇ ਜੇ ਓਨਟਾਰੀਓ ਦੀ ਗੱਲ ਕਰੀਏ, ਉਦੋਂ ਤੋਂ ਹੀ ਲੌਂਗ ਟਰਮ ਕੇਅਰਸ ਦਾ ਮੁੱਦਾ ਜਿਹੜਾ ਹੈਗਾ ਸਾਹਮਣੇ ਆਉਂਦਾ ਰਿਹਾ ਹੈ। ਅਸੀਂ ਸਾਰਿਆਂ ਨੇ ਵੇਖਿਆ ਜਦੋਂ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰ ਆਏ, ਉਹਨਾਂ ਲੌਂਗ ਟਰਮ ਕੇਅਰ ਹੋਮਸ ਵਿੱਚ ਹੈਲਪ ਕੀਤੀ ਤੇ ਕਿਸ ਤਰ੍ਹਾਂ ਉਹਨਾਂ ਦੀ ਜੋ ਰਿਪੋਰਟ ਸਾਹਮਣੇ ਆਈਆਂ ਦੈਟ ਵਾਜ਼ ਡਿਵਾਸਟੇਟਿੰਗ। ਉਹਦੇ ਤੋਂ ਹੀ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਤੁਹਾਡੀ ਪਾਰਟੀ ਵੱਲੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਲੌਂਗ ਟਰਮ ਕੇਅਰ ਹੋਮਸ ਨੂੰ ਤਵੱਜੋ ਦਿੱਤੀ ਜਾਏ, ਪਰ ਉਸ ਤੋਂ ਬਾਅਦ ਜਦੋਂ ਕਮਿਸ਼ਨ ਸਥਾਪਿਤ ਕੀਤਾ ਗਿਆ, ਆਡੀਟਰ ਜਨਰਲ ਦੀ ਰਿਪੋਰਟ ਆਈ, ਪਰ ਹਜੇ ਵੀ ਸ਼ਾਇਦ ਇਹੀ ਸਾਹਮਣੇ ਆ ਰਿਹਾ ਹੈ ਕਿ ਕੁਝ ਖਾਸ ਕਦਮ ਨਹੀਂ ਚੁੱਕੇ ਗਏ ਨੇ। Absolutely, and जब ਅਸੀਂ ਇਸ ਰਿਪੋਰਟਾਂ ਦੇ ਡਿਟੇਲਸ ਦੇਖਦੇ ਹਾਂ, ਬਹੁਤ horrifying ਹੈ ਕਿ ਕਿੱਦਾਂ ਸਾਡੇ ਸੀਨੀਅਰਸ ਐਂਡ ਐਲਡਰਸ ਦਾ ਕੇਅਰ ਕੰਪਰੋਮਾਈਜ਼ਡ ਹੋਇਆ ਸੀ ਪੈਂਡੈਮਿਕ ਦੇ ਵਿੱਚ। Canadian Armed Forces ਦੇ ਰਿਪੋਰਟ ਨੇ very clearly indicate ਕੀਤਾ ਕਿ staffing shortages ਸਾਡੇ long term care homes ਦੇ ਵਿੱਚ ਕਿ ਜਿਹੜੀ ਇਨਫੈਕਸ਼ਨ ਕੰਟਰੋਲ ਮੈਜਰਸ ਚਾਹੀਦੀਆਂ ਸੀ ਉਹ ਤਾਂ ਸਿੰਪਲੀ ਹੈ ਨਹੀਂ ਸੀ। ਉਹ ਤੋਂ ਬਾਅਦ ਵਿੱਚ ਅਸੀਂ ਦੇਖਿਆ long term care commission ਨੇ interim reports ਦੇ ਨਾਲ recommendations ਵੀ ਦਿੱਤੀਆਂ ਸੀ long term care minister ਨੂੰ, ਪਰ ਜਿਹੜਾ ਹੁਣ last report ਆਇਆ ਸੀ both auditor general and long term care commission ਦੇ ਵਿੱਚ, we are learning ਕਿ ਉਹਨਾਂ ਨੇ ਜਿਹੜੀਆਂ recommendations ਚਾਹੀਦੀਆਂ ਸੀ, ਜਿਹੜੀਆਂ protections ਚਾਹੀਦੀਆਂ ਸੀ ਸਾਡੇ ਬਜ਼ੁਰਗਾਂ ਵਾਸਤੇ, ਉਹਨਾਂ ਨੇ simply implement ਨਹੀਂ ਕੀਤੀਆਂ। ਜਿਹੜੀਆਂ staff hire ਕਰਨੀਆਂ ਚਾਹੀਦੀਆਂ ਸੀ over the summer, ਉਹਨਾਂ ਨੇ hire ਨਹੀਂ ਕੀਤੇ। infection control measures ਜਿਹੜੀ protect ਕਰ ਸਕਦੀ ਸੀ both staff and residents ਨੂੰ, ਉਹਨਾਂ ਨੇ ਉਹ increase ਨਹੀਂ ਕੀਤੀਆਂ। and even ਜਿਹੜਾ pandemic pay ਦਿੱਤਾ ਸੀ PSWs ਨੇ, ਉਹਨਾਂ ਨੂੰ ਅਜੇ permanent ਵੀ ਨਹੀਂ ਬਣਾਇਆ। ਇਸ ਅਗਲੇ ਮੰਥ ਦੇ ਵਿੱਚ ਇਹ ਐਂਡ ਹੋਊਗਾ। ਸੋ ਬਹੁਤ ਕੰਸਰਨਿੰਗ ਹੈ ਕਿ ਜਿਹੜੀਆਂ ਐਕਸ਼ਨ ਆਈਟਮਸ ਆ very clear ਆ ਕੀ ਕਰਨਾ ਚਾਹੀਦਾ ਹੈ ਇਸ ਸੈਕਟਰ ਦੇ ਵਿੱਚ ਐਡਰੈਸ ਕਰਨੇ ਨੂੰ ਜਿਹੜੀਆਂ ਕ੍ਰਾਈਸਿਸ ਹੋਈਆਂ ਸੀ, ਪਰ ਡਿਸਅਪੋਇੰਟਿੰਗ ਹੈ ਕਿ ਮਿਨਿਸਟਰ ਉਹ ਰੈਕਮੈਂਡੇਸ਼ਨਸ ਟੂ ਇੰਪਲੀਮੈਂਟ ਨਹੀਂ ਕਰਦੇ। ਜੀ, ਜਦੋਂ ਕਮਿਸ਼ਨ ਸਥਾਪਿਤ ਕੀਤਾ ਗਿਆ ਕਿ ਖਾਸ ਤੌਰ ਤੇ ਲੌਂਗ ਟਰਮ ਕੇਅਰ ਹੋਮ ਵਿੱਚ ਜੋ ਹਾਲਾਤ ਵੇਖੇ ਗਏ, ਕਮਿਸ਼ਨ ਉਸ ਦੀ ਇੱਕ ਰਿਪੋਰਟ ਦੇਗਾ। ਉਸ ਰਿਪੋਰਟ ਤੋਂ ਬਾਅਦ ਜਦੋਂ ਆਡੀਟਰ ਜਨਰਲ ਵੱਲੋਂ ਰਿਪੋਰਟ ਪੇਸ਼ ਕੀਤੀ ਗਈ, ਤੁਹਾਡੇ ਵੱਲੋਂ ਤੁਹਾਡੀ ਲੀਡਰ ਐਂਡਰੀਆ ਹੋਵਰਥ ਵੱਲੋਂ ਸਵਾਲ ਕੀਤਾ ਗਿਆ ਮਿਨਿਸਟਰ ਫਿਲਟਨ ਨੂੰ, ਪਰ ਕੀ ਉਹਨਾਂ ਦੇ ਜਵਾਬ ਤੋਂ ਤੁਸੀਂ ਸੈਟੀਸਫਾਈਡ ਹੋ? No, absolutely not. ਅੱਜ ਤੱਕ ਅਸੀਂ ਕੋਈ apology ਵੀ ਨਹੀਂ ਦੇਖੀ ਮਿਨਿਸਟਰ ਤੇ ਜਾਂ ਪ੍ਰੀਮੀਅਰ ਤੇ ਕਿ ਕੀ ਹੋਇਆ ਸੀ। ਕੋਈ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਹੈ ਇਹਨਾਂ ਨੂੰ। ਮੰਨਦੇ ਹਾਂ ਕਿ ਜ਼ਰੂਰ ਲਿਬਰਲ ਗਵਰਨਮੈਂਟ ਨੇ ਡੈਕੇਡਸ ਵਾਸਤੇ ਨੈਗਲੈਕਟ ਕੀਤਾ ਸੀ ਇਸ ਸੈਕਟਰ ਦੇ ਵਿੱਚ। ਜਿਹੜੀਆਂ ਬੈਡਸ ਚਾਹੀਦੀਆਂ ਸੀ, ਜਿਹੜੀਆਂ ਰੈਨੋਵੇਸ਼ਨਸ ਹੋਣੀਆਂ ਚਾਹੀਦੀਆਂ ਸੀ, ਜਿਹੜੀ ਸਟਾਫਿੰਗ ਕ੍ਰਾਈਸਿਸ ਆ, ਉਹਨਾਂ ਨੇ ਵੀ ਨਹੀਂ ਐਡਰੈਸ ਕੀਤਾ SARS ਦੇ ਬਾਅਦ ਦੇ ਵਿੱਚ। ਪਰ ਜਦ ਇਹ ਫੋਰਡ ਗਵਰਨਮੈਂਟ ਪਾਵਰ ਦੇ ਵਿੱਚ ਹੋਈ ਸੀ, ਇਹਨਾਂ ਨੇ ਇਸ ਸੈਕਟਰ ਦੇ ਵਿੱਚੋਂ ਐਕਚੁਅਲੀ ਕੱਟਸ ਕੀਤੀਆਂ। ਜਿਹੜੀ ਇਨਸਪੈਕਸ਼ਨਸ ਹੋਈਆਂ ਸੀ ਉਹਨਾਂ ਨੇ ਹਟਾਈਆਂ ਸੀ। ਇਹ ਬਹੁਤ ਡਿਸਅਪੋਇੰਟਿੰਗ ਆ ਫੈਮਲੀਜ਼ ਨੂੰ, ਐਂਡ ਈਵਨ ਮੋਰ ਹਾਰਟ ਬ੍ਰੇਕਿੰਗ ਜਦ ਅਸੀਂ ਉਹ ਰਿਪੋਰਟਸ ਨੂੰ ਪੜ੍ਹਦੇ ਹਾਂ। ਇਟਸ ਸ਼ੌਕਿੰਗ ਕਿ ਓਨਲੀ ਕੋਵਿਡ ਦੇ ਵਜੋਂ ਨਹੀਂ ਸੀਨੀਅਰਸ ਦੇ ਡੈਥਸ ਹੋਈਆਂ। ਬਹੁਤ ਸੀਨੀਅਰਸ ਡੀਹਾਈਡਰੇਸ਼ਨ, ਮੈਲਨਿਊਟ੍ਰੀਸ਼ਨ ਤੇ ਆਲਸੋ ਉਹਨਾਂ ਦੀ ਡੈਥ ਹੋਈ ਸੀ। ਸੋ ਗਵਰਨਮੈਂਟ ਅਕਾਊਂਟੇਬਲ ਹੋਣੀ ਚਾਹੀਦੀ ਹੈ ਐਂਡ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਕਮਿਊਨਿਟੀਜ਼ ਨੂੰ ਕਿ ਇੱਕ ਤਾਂ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ, ਪਰ ਆਲਸੋ ਜਿਹੜੀਆਂ ਰੈਕਮੈਂਡੇਸ਼ਨਸ ਆ ਉਹ ਕਦ ਇੰਪਲੀਮੈਂਟ ਕਰੂੰਗੇ ਐਂਡ ਕਿੱਦਾਂ ਇਸ ਸਿਸਟਮ ਨੂੰ ਫਿਕਸ ਕਰੂੰਗੇ। ਅਸੀਂ ਕੋਈ ਇੰਡੀਕੇਸ਼ਨ ਨਹੀਂ ਦੇਖਿਆ ਇਸ ਮਿਨਿਸਟਰ ਤੇ ਜਾਂ ਪ੍ਰੀਮੀਅਰ ਤੇ ਕਿ ਇਹ ਇਸ ਰਿਪੋਰਟਸ ਨੂੰ ਸੀਰੀਅਸਲੀ ਲੈਂਦੇ ਆ। ਜੀ, ਤੁਹਾਡੇ ਵੱਲੋਂ ਤੁਹਾਡੀ ਲੀਡਰ ਵੱਲੋਂ ਅਸੀਂ ਲਗਾਤਾਰ ਦੇਖਿਆ ਕਿ ਬੀਤੇ ਹਫ਼ਤੇ ਓਨਟਾਰੀਓ ਲੈਜਿਸਲੇਟਿਵ ਅਸੈਂਬਲੀ ਦੇ ਸੈਸ਼ਨ ਵਿੱਚ ਲਗਾਤਾਰ ਮਿਨਿਸਟਰ ਦੇ ਇਸਤੀਫੇ ਦੀ ਮੰਗ ਵੀ ਕੀਤੀ ਗਈ ਹੈ, ਜਿਸ ਨੂੰ ਪ੍ਰੀਮੀਅਰ ਨੇ ਨਕਾਰ ਦਿੱਤਾ। Absolutely. ਹੁਣ ਇੰਨੇ failures ਹੋਇਆ long term care ਦੇ ਵਿੱਚ throughout the pandemic ਕਿ it's just unfortunate ਕਿ ਇਹ minister ਕੋਈ responsibility accept ਨਹੀਂ ਕਰਨਾ ਚਾਹੀਦੀ, and that's why ਅਸੀਂ ਉਹਦੇ resignation ਨੂੰ call ਕਰਦੇ ਹਾਂ ਕਿ ਜੇ ਇਹਨੇ ਇਸ job ਨਹੀਂ ਕਰਨਾ long term care ਦਾ crisis ਨੂੰ fix ਕਰਨੇ ਨੂੰ, then she should step aside and let somebody else
take on this responsibility. It's very clear कि होना चाहिए सिस्टम दे विच इस इशू ਨੂੰ ਐਡਰੈਸ ਕਰਨੇ ਨੂੰ ਪਰ ਇਸ ਮਿਨਿਸਟਰ ਨੇ ਐਬਸੋਲੂਟਲੀ ਫੈਮਲੀਜ਼ ਨੂੰ ਫੇਲ ਕੀਤਾ ਹੈ ਐਂਡ ਇਹਦੇ ਵਾਚ ਦੇ ਬਾਰੇ ਇਹ ਇੰਨੇ ਡੈਥਸ ਹੋਈਆਂ ਲੌਂਗ ਟਰਮ ਕੇਅਰ ਆਲਮੋਸਟ 4000 ਡੈਥਸ ਲੌਂਗ ਟਰਮ ਕੇਅਰ ਦੇ ਵਿੱਚ ਹੋਈਆਂ ਇਹਦੇ ਵਾਚ ਦੇ ਅੰਦਰ ਐਂਡ ਸੋ ਇਹਦਾ ਰਿਸਪੌਂਸਿਬਿਲਿਟੀ ਹੈ ਐਂਡ ਸੋ ਤਾਂ ਹੀ ਅਸੀਂ ਕਿਹਾ ਹੋਇਆ ਹੈ ਕਿ ਜੇ ਤੁਸੀਂ ਨਹੀਂ ਜੌਬ ਕਰਨਾ ਕਿਸੇ ਹੋਰ ਨੂੰ ਇੱਥੇ ਮਿਨਿਸਟਰ ਬਣਾਓ ਜਿਹੜਾ ਇਹ ਮੈਸ ਕਲੀਨ ਅਪ ਕਰ ਸਕਦੇ हैं। जी सारा डेफिनेटली जो रिपोर्ट्स कैनेडियन आर्म्ड फोर्सेस वालों जो रिपोर्ट पेश की गई उस समय जो असी रिपोर्ट्स देखियां जो खबरां देखियां वो डिस्टर्ब कर दिया ने कि स्टाफ की कमी के कारण या फिर डिहाइड्रेशन के कारण सीनियर्स की जो मौत हुई है। तुसी हुण ओपोजिशन पार्टी विच हैगे हो ते ओपोजिशन पार्टी का रोल काफ़ी अहम हुंदा है कि सरकार ते दबाव बनाया जा सके। हुण जदों कमीशन की रिपोर्ट आई है या फिर ऑडिटर जनरल की रिपोर्ट आई है ਅੱਗੇ ਚੱਲ ਕੇ ਤੁਸੀਂ ਕਿਸ ਤਰ੍ਹਾਂ ਸਰਕਾਰ ਤੇ ਦਬਾਅ ਬਣਾਓਗੇ ਲੌਂਗ ਟਰਮ ਕੇਅਰ ਹੋਮ ਲਈ ਕਾਰਗਰ ਕਦਮ ਚੁੱਕੇ ਜਾਣ? ਜ਼ਰੂਰ ਆਈ ਥਿੰਕ ਇਵਨ ਪੈਂਡੈਮਿਕ ਤੇ ਪਹਿਲਾਂ ਪਤਾ ਸੀ ਕਿ ਇਸ ਸਿਸਟਮ ਦੇ ਵਿੱਚ ਅੰਡਰ ਸਟਾਫਿੰਗ ਦੀ ਇਸ਼ੂ ਆ ਕਿ ਸਿਸਟਮ ਕ੍ਰਾਈਸਿਸ ਦੇ ਵਿੱਚ ਸੀ ਜਦ ਪੈਂਡੈਮਿਕ ਹੋਇਆ ਇਹ ਸੋਰਟ ਆਫ ਐਗਜ਼ੈਸਟਰੇਟਡ ਹੋ ਗਿਆ ਪ੍ਰੋਬਲਮਸ। ਹੁਣ ਐਨਡੀਪੀ ਨੇ ਵੈਰੀ ਕਲੀਅਰਲੀ ਇੱਥੇ ਲੈਜਿਸਲੇਚਰ ਦੇ ਵਿੱਚ ਪ੍ਰਪੋਜ਼ਲਸ ਦਿੱਤੀਆਂ ਹੋਈਆਂ ਗਵਰਨਮੈਂਟ ਨੂੰ ਜਦ ਅਸੀਂ ਦੇਖਦੇ ਹਾਂ ਆਪਣੇ ਲੌਂਗ ਟਰਮ ਕੇਅਰ ਸੈਕਟਰ ਦੇ ਵਿੱਚ ਜਿਹੜੇ ਫੋਰ ਪ੍ਰੋਫਿਟ ਹੋਮਸ ਆ ਇਹ ਰੈਕੋਰਡ ਬ੍ਰੇਕਿੰਗ ਪ੍ਰੋਫਿਟਸ ਬਣਾਉਂਦੇ ਆ। ਸੋ ਅਸੀਂ pressure ਲਾਇਆ ਹੋਇਆ ਕਿ ਜਿਹੜਾ for profit care ਇਹਨੂੰ ਹਟਾਉਣਾ ਚਾਹੀਦਾ ਹੈ and there should not be profit in care। Recently ਅਸੀਂ ਦੇਖਿਆ ਕਿ ਜਿਹੜੇ CEOs of Chartwell ਆ ਉਹਨਾਂ ਨੂੰ $1 million bonuses ਮਿਲੀਆਂ yet ਜਿਹੜੇ frontline staff ਆ ਜਿਹੜੇ ਸਾਡੇ PSWs and nurses ਆ ਉਹਨਾਂ ਨੂੰ livable wages ਵੀ ਨਹੀਂ ਦੇਣਾ ਚਾਹੁੰਦੇ। ਸੋ ਤਾਂ ਹੀ ਅਸੀਂ ਕਿਹਾ ਹੋਇਆ ਕਿ ਇਸ ਸਿਸਟਮ ਨੂੰ overhaul ਕਰਨਾ ਚਾਹੀਦਾ ਹੈ and real investments ਚਾਹੀਦੇ ਹਨ not ਜਿਹੜੇ shareholders ਨੂੰ ਜਾਓਗੇ ਪਰ ਜਿਹੜੇ actually care ਦੇ ਵਿੱਚ ਜਾਓਗੇ। ਈਵਨ ਪੈਂਡੈਮਿਕ ਤੇ ਪਹਿਲਾਂ ਮੇਰੀ ਕੋਲੀਗ ਟਰੀਸਾ ਆਰਮਸਟਰੋਂਗ ਉਹਨੇ ਬਿੱਲ ਲਿਆਂਦਾ ਸੀ ਕਿ ਇੱਕ ਮੈਂਡੇਟਰੀ 4 hours of minimum care ਹੋਣਾ ਚਾਹੀਦਾ ਹੈ। ਅਸੀਂ ਲਰਨ ਕੀਤਾ ਰਿਪੋਰਟਸ ਦੇ ਵਿੱਚ ਕਿ ਕਈ ਰੈਜ਼ੀਡੈਂਟਸ ਨੂੰ ਈਵਨ 5 minutes ਦਾ ਕੇਅਰ ਵੀ ਨਹੀਂ ਮਿਲਦਾ ਲੌਂਗ ਟਰਮ ਕੇਅਰ ਦੇ ਵਿੱਚ। ਸੋ ਇੱਕ ਸਟੈਂਡਰਡ ਕ੍ਰੀਏਟ ਹੋਣਾ ਚਾਹੀਦਾ ਹੈ ਐਂਡ ਸੋ ਅਸੀਂ ਪ੍ਰੈਸ਼ਰ ਲਾਇਆ ਹੋਇਆ ਗਵਰਨਮੈਂਟ ਨੂੰ ਕਿ ਜਿਹੜਾ ਤੁਸੀਂ ਹੁਣ ਵਾਅਦਾ ਦਿੱਤਾ ਹੈ ਕਮਿਊਨਿਟੀ ਨੂੰ ਕਿ ਤੁਸੀਂ ਇਸ ਸਿਸਟਮ ਨੂੰ ਸਵਾਰੋਗੇ ਤੁਸੀਂ ਐਕਚੁਅਲੀ ਰਿਸੋਰਸ ਕਰੋ। ਸਟਾਫ ਨੂੰ ਪ੍ਰੋਪਰ ਪੇ ਹੋਣੀ ਚਾਹੀਦੀ ਆ residents ਨੂੰ quality of care ਚਾਹੀਦੀ ਹੈ inspections ਹੋਣੀਆਂ ਚਾਹੀਦੀਆਂ and ਜਿਹੜੇ ਇਹ for profit care ਆ ਜਿਹੜੇ ਦੇ ਵਿੱਚ ਇਹ infractions ਅਸੀਂ ਦੇਖਦੇ ਆ ਇਹਨਾਂ ਦੇ ਲਾਇਸੈਂਸ ਹਟਾਉਣੇ ਚਾਹੀਦੇ ਆ and renew ਨਹੀਂ ਹੋਣੇ and we should transition to a not for profit system that's going to prioritize care over the profit making and ਇਹ ਦੂਜੇ countries ਦੇ ਵਿੱਚ models ਹੈਗੇ ਜਿਹੜੇ ਚੱਲਦੇ ਆ ਜਿਹੜੇ actually seniors ਦੇ outcomes ਵਧੀਆ ਹੁੰਦੇ ਆ ਉਹਨਾਂ ਦਾ quality of life ਵੀ ਚੰਗਾ ਹੁੰਦਾ ਹੈ ਪਰ ਆਲਸੋ ਲੌਂਗ ਟਰਮ ਕੇਅਰ ਸੈਕਟਰ ਦੇ ਵਿੱਚ ਇੱਕ ਪਿਲਰ ਹੈ ਜਿੱਦਾਂ ਕਹਿੰਦੇ ਆ। ਦੂਜੇ ਪਾਸੇ ਵੀ ਸਾਡੇ ਕਮਿਊਨਿਟੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੀਨੀਅਰਸ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੁੰਦੇ ਆ। ਸੋ ਤਾਂ ਹੀ ਐਨਡੀਪੀ ਨੇ ਕਿਹਾ ਹੈ ਕਿ ਇਨ ਐਡੀਸ਼ਨ ਟਰਾਂਸਫਾਰਮਿੰਗ ਲੌਂਗ ਟਰਮ ਕੇਅਰ ਸਾਡੇ ਹੋਮ ਕੇਅਰ ਐਂਡ ਕਮਿਊਨਿਟੀ ਕੇਅਰ ਸਿਸਟਮ ਦੇ ਵਿੱਚ ਵੀ ਇਨਵੈਸਟਮੈਂਟ ਚਾਹੀਦੇ ਆ because this is where we will really see cost savings and people being able to live their lives out in their communities ਆਪਣੇ families ਦੇ ਨਾਲ। जी ਅਸੀਂ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇਹ ਵੀ ਦੇਖਿਆ ਕਿ ਤੁਹਾਡੀ ਲੀਡਰ ਐਂਡਰੀਆ ਹੋਵਰਥ ਵੱਲੋਂ OPP ਕਮਿਸ਼ਨਰ ਨੂੰ ਲੈਟਰ ਲਿਖਿਆ ਗਿਆ। ਇਹ ਸਿਚੁਏਸ਼ਨ ਕਿਉਂ ਆਈ ਕਿ OPP ਕਮਿਸ਼ਨਰ ਨੂੰ ਇਨਵੈਸਟੀਗੇਸ਼ਨ ਲਈ ਲੈਟਰ ਲਿਖਿਆ ਗਿਆ ਤੇ ਕੀ ਜਵਾਬ ਸੀਗਾ ਉਹਨਾਂ ਦਾ? ਜ਼ਰੂਰ ਹੁਣ ਜਦ ਉਹਨਾਂ ਨੂੰ ਪੈਂਡੈਮਿਕ ਦੇ ਵਿੱਚ ਪਤਾ ਲੱਗਿਆ ਸੀ ਕਿ ਕਈ ਹੋਮਸ ਦੇ ਵਿੱਚ ਸੀਨੀਅਰਸ ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋਈ ਸੀ ਡੀਹਾਈਡਰੇਸ਼ਨ ਕਰਕੇ ਔਰ ਮੈਲਨਿਊਟ੍ਰੀਸ਼ਨ ਕਰਕੇ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਪ੍ਰੀਮੀਅਰ ਨੇ ਪ੍ਰੋਮਿਸ ਕੀਤਾ ਸੀ ontarioans ਨੂੰ ਕਿ ਉਹ ਇਨਵੈਸਟੀਗੇਸ਼ਨ ਕਰੋਗੇ ਕਿ ਉਹਨਾਂ ਨੂੰ ਪਤਾ ਹੋਊਗਾ ਕਿ ਕੋਈ ਕ੍ਰਿਮੀਨਲੀ ਨੈਗਲੀਜੈਂਟ ਸਿਚੁਏਸ਼ਨ ਤਾਂ ਨਹੀਂ ਹੋਈ ਇੱਥੇ ਇਸ ਘਰਾਂ ਦੇ ਵਿੱਚ। ਅਸੀਂ ਇਸ ਵੀਕ ਸੋਲਿਸਿਟਰ ਜਨਰਲ ਤੇ ਸੁਣਿਆ ਕਿ ਉਹ ਇਨਵੈਸਟੀਗੇਸ਼ਨ ਜਿਹੜਾ ਨੇ ਉਹਨਾਂ ਨੇ ਕਿਹਾ ਸੀ ਹੋਊਗਾ ਉਹਨਾਂ ਨੇ ਕੀਤਾ ਨਹੀਂ ਹੈਗਾ। ਸੋ ਤਾਂ ਹੀ ਐਂਡਰੀਆ ਹੋਰਵੈਥ ਨੇ ਐਂਡ ontario NDP ਨੇ OPP ਕਮਿਸ਼ਨਰ ਨੂੰ ਇੱਕ ਲੈਟਰ ਭੇਜਿਆ ਸੀ ਕਿ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪਲੀਜ਼ ਇਵੈਲੂਏਟ ਕਰੋ ਜੇ ਇਸ ਸਿਚੁਏਸ਼ਨ ਦੇ ਵਿੱਚ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਪਤਾ ਹੋਣਾ ਚਾਹੀਦਾ ਹੈ ਇਸ ਫੈਮਲੀਜ਼ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਜਸਟਿਸ ਸੀਕ ਹੋਣੀ ਚਾਹੀਦੀ ਹੈ। ਜੇ ਇਨਵੈਸਟੀਗੇਸ਼ਨਸ ਨਹੀਂ ਕਰੋਗੇ ਇਹ ਸਾਨੂੰ ਪਤਾ ਨਹੀਂ ਹੋਊਗਾ ਕੀ ਹੋਇਆ ਐਂਡ ਕਿੱਦਾਂ ਅਸੀਂ ਫਿਕਸ ਕਰ ਸਕਦੇ ਹਾਂ। ਸੋ ਤਾਂ ਹੀ ਅਸੀਂ ਇਸ ਲੈਟਰ ਇਸ ਹਫਤਾ ਭੇਜਿਆ ਸੀ OPP ਕਮਿਸ਼ਨਰ ਨੂੰ ਐਂਡ ਉਹਦੇ ਰਿਜ਼ਲਟਸ ਅਸੀਂ ਵੇਟ ਕਰਦੇ ਹਾਂ।
ਜੀ ਹੁਣ ਨੈਕਸਟ ਸਟੈਪ ਕੀ ਹੋਏਗਾ ਲੌਂਗ ਟਰਮ ਕੇਅਰ ਹੋਮਸ ਦੇ ਲਈ ਤੁਹਾਡੀ ਪਾਰਟੀ ਵੱਲੋਂ? ਜ਼ਰੂਰ ਹੁਣ ਅਸੀਂ ਇਹ ਜਿਹੜੀ ਫੈਮਲੀਜ਼ ਐਂਡ ਸੀਨੀਅਰਸ ਦਾ ਜਸਟਿਸ ਚਾਹੀਦਾ ਹੈ ਅਸੀਂ ਇਹ ਡਿਮਾਂਡ ਕਰੀ ਜਾਵਾਂਗੇ ਬਿਕਾਜ਼ ਜੇ ਸਿਸਟਮ ਨੂੰ ਸਵਾਰਨਾ ਚਾਹੀਦਾ ਹੈ ਇੱਕ ਤਾਂ ਪਤਾ ਹੋਣਾ ਚਾਹੀਦਾ ਹੈ ਪਰ ਆਲਸੋ ਅਸੀਂ ਦੇਖਣਾ ਚਾਹੁੰਦੇ ਹਾਂ ਕੀ ਕਰੂਗਾ ਗਵਰਨਮੈਂਟ ਹੁਣ ਮਿਨਿਸਟਰ ਕਹਿੰਦੀ ਹੈ ਕਿ ਅਸੀਂ ਸਟਾਫ ਨੂੰ ਹਾਇਰ ਕੀਤਾ ਹੈ 1 ਸਾਲ ਬਾਅਦ ਵਿੱਚ ਉਹਨਾਂ ਨੇ ਹਾਇਰ ਕੀਤਾ ਹੈ ਇਟਸ ਟੂ ਸਲੋ ਐਕਟ ਕਰਦੇ ਆ ਸੋ ਅਸੀਂ ਜ਼ਰੂਰ ਪ੍ਰੈਸ਼ਰ ਲਾਈ ਜਾਵਾਂਗੇ ਗਵਰਨਮੈਂਟ ਨੂੰ ਕਿ ਐਕਸ਼ਨ ਲੈਣਾ ਚਾਹੀਦਾ ਹੈ ਇਸ ਇਸ਼ੂਜ਼ ਨੂੰ ਸਵਾਰਨਾ ਚਾਹੀਦਾ ਹੈ ਪਰ ਆਲਸੋ ਅਸੀਂ ਕਮਿਊਨਿਟੀਜ਼ ਨੂੰ ਕਹਿੰਦੇ ਆ ਕਿ ਸੋਚ ਕਰੋ ਕਿ ਇਹ ਕੰਜ਼ਰਵੇਟਿਵ ਗਵਰਨਮੈਂਟ ਦੀ ਏਜੰਡਾ ਕੀ ਹੈ ਕਿ ਇਹ ਪੈਂਡੈਮਿਕ ਦੇ ਪਹਿਲਾਂ ਇਸ ਸਿਸਟਮ ਦੇ ਵਿੱਚੋਂ ਈਵਨ ਮੋਰ ਕੱਟਸ ਕਰਨਾ ਚਾਹੁੰਦੇ ਸੀ ਨਿਊ ਡੈਮੋਕ੍ਰੈਟਸ ਅਸੀਂ ਫਾਈਟ ਕਰਦੇ ਹਾਂ ਕਿ ਇਸ ਸਿਸਟਮ ਦੇ ਵਿੱਚ ਇਨਵੈਸਟਮੈਂਟਸ ਹੋਣੀਆਂ ਚਾਹੀਦੀਆਂ ਬਿਕਾਜ਼ ਆਪਣੇ ਸੀਨੀਅਰਸ ਸਾਡੇ ਕਮਿਊਨਿਟੀ ਸਾਡੇ ਸੋਸਾਇਟੀ ਨੂੰ ਇੰਨਾ ਕੰਟਰੀਬਿਊਟ ਕਰਦੇ ਆ ਕਿ ਜਿਹੜੇ ਆਪਣੇ ਲਾਸਟ ਮੋਮੈਂਟਸ ਆਫ ਲਾਈਫ ਹੋਣੀ ਚਾਹੀਦੀ ਹੈ ਇਹ ਡਿਗਨਿਟੀ ਦੇ ਨਾਲ ਹੋਣੀਆਂ ਚਾਹੀਦੀਆਂ ਇਸ ਸਿਸਟਮ ਅਸੀਂ ਸਾਰਾ ਕਮਿਊਨਿਟੀ ਵਰਤੂਗਾ ਇੱਦਾਂ ਤਾਂ ਨਹੀਂ ਕਿ ਇਹ ਕੋਈ ਸਿਸਟਮ ਹੈ ਕਿ ਕਿਸੇ ਨੂੰ ਚਾਹੀਦਾ ਨਹੀਂ ਹੈਗਾ ਵੀ ਆਲ ਨੀਡ ਕੇਅਰ ਇਨ ਆਰ ਕਮਿਊਨਿਟੀਜ਼ ਐਂਡ ਸੋ ਅਸੀਂ ਤਾਂ ਹੀ ਕਿਹਾ ਹੋਇਆ ਕਿ ਇਹ ਸਿਸਟਮ ਰੀਇਨਵਿਜ਼ਨ ਹੋਣਾ ਚਾਹੀਦਾ ਹੈ ਅਸੀਂ ਹੋਪਫੁਲ ਆ ਕਿ ਅਸੀਂ ਜਦ ਅਸੀਂ ਗਵਰਨਮੈਂਟ ਫਾਰਮ ਕਰੂੰਗੇ ਇਹ ਇਨਵੈਸਟਮੈਂਟਸ ਅਸੀਂ ਬਣਾ ਸਕਦੇ ਹਾਂ ਐਂਡ ਸਿਸਟਮ ਨੂੰ ਰੀਕੈਲੀਬ੍ਰੇਟ ਕਰ ਸਕਦੇ ਹਾਂ ਜਿਹੜਾ ਫॉर ਪ੍ਰੋਫਿਟ ਕੇਅਰ ਨਹੀਂ ਹੋਊਗਾ ਜਿਹੜਾ ਐਕਚੁਅਲੀ care in the community ਹੋ ਸਕਦੀ ਹੈ ਜਿੱਦਾਂ ਅਸੀਂ ਕਹਿੰਦੇ it takes a village ਅਸੀਂ ਸਮਝ ਕਰਦੇ ਹਾਂ ਕਿ it takes a village to care not only for a child but for our seniors as well ਪਰ ਜੇ ਅਸੀਂ ਉਸ ਸਿਸਟਮ ਦੇ ਵਿੱਚ ਇਨਵੈਸਟਮੈਂਟਸ ਨਹੀਂ ਕਰੋਗੇ ਇਹ ਸੇਮ ਸਾਈਕਲ ਆਫ ਨੈਗਲੈਕਟ ਹੋਊਗੀ ਸਾਡੇ ਕਮਿਊਨਿਟੀਜ਼ ਦੇ ਵਿੱਚ ਇਨ ਫੋਕਸ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਓਨਟਾਰੀਓ ਐਨਡੀਪੀ ਪਾਰਟੀ ਦੀ ਡਿਪਟੀ ਲੀਡਰ ਸਾਰਾ ਸਿੰਘ ਨਾਲ ਇਹ ਮੁਲਾਕਾਤ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਜਿਵੇਂ ਹੁਣ ਤੱਕ ਅਸੀਂ ਗੱਲ ਕੀਤੀ ਹੈ ਲੌਂਗ ਟਰਮ ਕੇਅਰ ਹੋਮਸ ਦੀ ਪੈਂਡੈਮਿਕ ਦੀ ਸ਼ੁਰੂਆਤ ਤੋਂ ਹੀ ਇੱਕ ਮੰਗ ਤੁਹਾਡੀ ਪਾਰਟੀ ਵੱਲੋਂ ਕੀਤੀ ਜਾਂਦੀ ਰਹੀ ਹੈ ਪੇਡ ਸਿਕ ਡੇਜ਼ ਨੂੰ ਲੈ ਕੇ 1 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ ਤੇ ਹੁਣ ਆਖਿਰਕਾਰ ਪ੍ਰੀਮੀਅਰ ਨੇ ਰਜ਼ਾਮੰਦੀ ਦਿੱਤੀ ਹੈ ਪੇਡ ਸਿਕ ਡੇਜ਼ ਨੂੰ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਪਰ 10 ਦੀ ਜਗ੍ਹਾ ਸਿਰਫ 3 ਪੇਡ ਸਿਕ ਡੇਜ਼ ਦਿੱਤੇ ਜਾ ਰਹੇ ਨੇ ਕੀ ਤੁਹਾਡੀ ਪਾਰਟੀ ਇਸ ਤੋਂ ਸੰਤੁਸ਼ਟ ਹੈ No, absolutely not. Both disappointing see actually ਕਿ ਇੱਕ ਸਾਲ ਬਾਅਦ ਵਿੱਚ ਇੰਨੀ pressure community ਨੇ ਲਾਈ ਸੀ public health experts ਨੇ even ਉਹਨਾਂ ਦੀ own science table ਨੇ recommend ਕੀਤਾ ਸੀ ਕਿ minimum of 10 ਦਿਨ ਹੋਣੇ ਚਾਹੀਦੇ ਸੀ paid sick days ਦੇ ਬਾਰੇ ਹੁਣ ਜਦ ਅਸੀਂ ਆਪਣੇ Peel and Brampton community ਦੇ ਬਾਰੇ ਸੋਚ ਕਰਦੇ ਹਾਂ ਇੰਨੇ essential workers ਅਜੇ ਬਿਮਾਰ ਹੋ ਕੇ ਕੰਮ ਜਾਂਦੇ ਸੀ because essential work ਕਰਦੇ ਸੀ ਆਪਣੇ factories warehouses transportation ਦੇ ਵਿੱਚ taxi industry ਦੇ ਵਿੱਚ ਪਰ ਉਹਨਾਂ ਨੂੰ ਕੋਈ supports ਨਹੀਂ ਮਿਲੀ ਬਹੁਤ disheartening ਹੈ ਕਿ government ਸੋਚ ਕਰਦੀ ਹੈ ਕਿ only 3 ਦਿਨ ਦੇ ਨਾਲ sufficient ਹੋਊਗਾ paid sick days ਦੇ ਨਾਲ even note ਕਰਨਾ ਚਾਹੁੰਦੇ ਹਾਂ ਕਿ premier ਆਪਣੇ ਆਪ 14 ਦਿਨ ਹੋ ਗਏ ਆਪਣੇ isolate ਕਰਦਾ ਹੈ pay ਦੇ ਨਾਲ full pay ਉਹਨੇ collect ਕੀਤਾ ਹੈ ਜਦ ਇਹਨੇ ਆਪਣੀ ਆਈਸੋਲੇਸ਼ਨ ਕੀਤੀ ਸੀ ਜਦ ਕੋਈ ਕਲੋਜ਼ ਕੰਟੈਕਟ ਹੋਇਆ ਸੀ ਥੈਂਕਫੁਲੀ ਪ੍ਰੀਮੀਅਰ ਦੇ ਟੈਸਟ ਨੈਗੇਟਿਵ ਸੀ ਪਰ ਇਹਦੇ ਵਿੱਚ ਸੋਚ ਹੋਣਾ ਚਾਹੀਦਾ ਸੀ ਜੇ ਉਹਨੂੰ ਇਹ ਰਾਈਟਸ ਅਫੋਰਡ ਕਰ ਸਕਦਾ ਹੈ ਆਪਣੇ ਵਰਕਰਸ ਬਾਰੇ ਵੀ ਇਹ ਸੇਮ ਰਾਈਟਸ ਹੋਣੀਆਂ ਚਾਹੀਦੀਆਂ ਕਿ ਜੇ ਬਿਮਾਰ ਹੋਣਗੇ ਜੇ ਕੋਈ ਆਪਣੇ ਫੈਮਿਲੀ ਦੇ ਵਿੱਚ ਬਿਮਾਰ ਹੋਊਗਾ ਇਹਨਾਂ ਨੂੰ ਵੀ ਓਪਰਚੁਨਿਟੀ ਮਿਲ ਸਕਦੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿ ਸਕਦੇ ਹਨ ਆਪਣੀ ਪੇ ਇੰਟਰਰਪਟ ਹੋਊਗੀ ਨਹੀਂ ਜੀ ਬਿਲਕੁਲ ਜਿਵੇਂ ਅਸੀਂ ਸ਼ੁਰੂ ਤੋਂ ਹੀ ਸੁਣਦੇ ਰਹੇ ਹਾਂ ਕਿ ਪ੍ਰੀਮੀਅਰ ਹਮੇਸ਼ਾ ਕਹਿੰਦੇ ਰਹੇ ਨੇ ਕਿ ਉਹ ਸਾਇੰਸ ਟੇਬਲ ਡਾਕਟਰਸ ਦੀ ਐਕਸਪਰਟਸ ਦੀ ਰਾਏ ਲੈ ਕੇ ਹੀ ਜਿਹੜਾ ਕਦਮ ਨੇ ਉਹ ਚੁੱਕਦੇ ਨੇ ਪਰ ਜਦੋਂ ਸੈਲਫ ਆਈਸੋਲੇਸ਼ਨ ਦਾ ਸਮਾਂ 14 ਦਿਨਾਂ ਦਾ ਹੈ ਕੁਆਰੰਟੀਨ ਦਾ ਸਮਾਂ 14 ਦਿਨਾਂ ਦਾ ਹੈ ਤਾਂ 3 ਡੇਜ਼ ਪੇਡ ਸਿਕ ਡੇਜ਼ ਦੇ ਨਾਲ ਕਿਵੇਂ ਹੋ ਸਕਦਾ ਹੈ ਕਿ 3 ਦਿਨਾਂ ਦੀ ਲੀਵ ਤੋਂ ਬਾਅਦ ਦੈਟ ਪਰਸਨ ਰਿਟਰਨਸ ਟੂ ਜੌਬ ਤੇ ਹੁਣ ਤੁਹਾਡੀ ਪਾਰਟੀ ਵੱਲੋਂ ਨੈਕਸਟ ਸਟੈਪ ਕੀ ਰਹੇਗਾ ਕਿ ਇਹ ਡੇਜ਼ ਜਿਹੜੇ ਨੇ ਇਹਨਾਂ ਨੂੰ ਵਧਾਇਆ ਜਾਏ
ਜ਼ਰੂਰ ਹੁਣ ਅਸੀਂ ਲੈਜਿਸਲੇਸ਼ਨ ਹੈਗੀ ਟੇਬਲ ਤੇ ਐਕਚੁਅਲੀ ਲਾਸਟ ਈਅਰ ਮਾਰਚ ਦੇ ਵਿੱਚ ਸਾਡੀ ਕੋਲੀਗ ਪੈਗੀ ਸੈਟਲਰ ਲੰਡਨ ਵੈਸਟ ਤੇ ਉਹਨੇ ਬਿੱਲ ਲਿਆਂਦਾ ਸੀ ਸਟਾਰਟ ਆਫ ਦ ਪੈਂਡੈਮਿਕ ਦੇ ਵਿੱਚ ਦ ਸਟੇ ਹੋਮ ਇਫ ਯੂ ਆਰ ਸਿਕ ਐਕਟ ਉਹਦੇ ਵਿੱਚ ਮਿਨੀਮਮ 10 ਦਿਨ ਪੇਡ ਸਿਕ ਡੇਜ਼ ਹੋਣੇ ਚਾਹੀਦੇ ਸੀ ਐਂਡ 14 ਇੱਕ ਪਬਲਿਕ ਹੈਲਥ ਐਮਰਜੈਂਸੀ ਦੇ ਵਿੱਚ ਉਹ ਬਿੱਲ ਅਜੇ ਵੀ ਟੇਬਲ ਤੇ ਆ ਅਨਫੋਰਚੂਨੇਟਲੀ ਕੰਜ਼ਰਵੇਟਿਵ ਗਵਰਨਮੈਂਟ ਨੇ ਆਲਮੋਸਟ 25 ਟਾਈਮਸ 25 ਡਿਫਰੈਂਟ ਟਾਈਮਸ ਉਸ ਲੈਜਿਸਲੇਸ਼ਨ ਨੂੰ ਨੋ ਵੋਟ ਕੀਤਾ ਹੈ ਪਰ ਅਸੀਂ ਅਜੇ ਵੀ ਪ੍ਰੈਸ਼ਰ ਲਾਈ ਜਾਵਾਂਗੇ because it's simply not enough to give workers 3 days when every expert is calling for a minimum of 10 or 14 days to help workers get through the pandemic. So New Democrats continue ਕਰੂੰਗੇ advocacy workers ਦੇ ਬਾਰੇ because ਅਸੀਂ understand ਕਰਦੇ ਹਾਂ ਕਿ it's simply not fair to expect workers are going to be able to stay home if they are sick with 3 paid sick days. ਪਰ ਜਿਵੇਂ ਤੁਹਾਡੀ ਪਾਰਟੀ ਇਸ ਸੰਬੰਧੀ ਆਵਾਜ਼ ਚੁੱਕ ਰਹੀ ਹੈ ਤਾਂ ਕੀ ਗ੍ਰੀਨ ਪਾਰਟੀ ਤੇ ਲਿਬਰਲ ਪਾਰਟੀ ਦਾ ਸਪੋਰਟ ਮਿਲ ਰਿਹਾ ਤੁਹਾਨੂੰ? ਜ਼ਰੂਰ I think all opposition parties ਨੂੰ understand ਕਰਦੇ ਆ ਕਿ ਇਹ minimum 10 ਦਿਨ ਹੋਣੇ ਚਾਹੀਦੇ ਆ paid sick days ਦੇ ਬਾਰੇ I think unanimously ਅਸੀਂ ਇਹ legislation ਨੂੰ support ਕਰਦੇ ਆ and government ਤੇ pressure ਲਾਉਣ ਲੱਗੇ ਆ Green Party, Liberal Party, NDP, big city mayors ਵੀ ਕਹਿੰਦੇ ਆ public health experts, doctors ਸਾਰੇ ਕਹਿੰਦੇ ਆ ਕਿ ਇਹ additional support ਚਾਹੀਦੇ ਆ and ਜਿਹੜਾ federal program ਆ is simply both barriers ਨਾ ਇਹ program ਨੂੰ both workers qualify ਨਹੀਂ ਹੁੰਦੇ and ਕੋਈ ਇੱਥੇ province of Ontario ਦੇ ਵਿੱਚ real plan ਚਾਹੀਦਾ ਹੈ ਬਹੁਤ disappointing ਸੀ I think ਸਾਰਿਆਂ ਨੂੰ ਕਿ ਇੰਨੇ time waste ਕਰਕੇ simply only 3 days ਇਸ government ਨੇ workers ਨੂੰ ਦਿੱਤੇ ਆ ਸਾਰਾ ਜੇ ਪੇਡ ਸਿਕ ਡੇਜ਼ ਤੋਂ ਇਲਾਵਾ ਗੱਲ ਕਰੀਏ ਸਕੂਲਾਂ ਦੀ ਤਾਂ ਕਈ ਵਾਰੀ ਅਨਾਉਂਸਮੈਂਟਸ ਹੋਈਆਂ ਕਿ ਸਕੂਲ ਇਨ ਪਰਸਨ ਹੋਣਗੇ ਫਿਰ ਆਨਲਾਈਨ ਹੋਣਗੇ ਹੁਣ ਸਾਰੇ ਹੀ ਸਕੂਲ ਇਸ ਵੇਲੇ ਆਨਲਾਈਨ ਚੱਲ ਰਹੇ ਨੇ ਪਰ ਨਾਲ ਹੀ ਬੋਰਡਸ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਆਨਲਾਈਨ ਲਰਨਿੰਗ ਲਈ ਪ੍ਰੀਪੇਅਰ ਰਹਿਣ ਨੈਕਸਟ ਈਅਰ ਲਈ ਵੀ ਤਾਂ ਨਾਲ ਹੀ ਇੱਕ ਅਨਾਉਂਸਮੈਂਟ ਕੀਤੀ ਗਈ ਹੈ ਕਿ ਮੈਂਟਲ ਹੈਲਥ ਲਈ ਸਪੋਰਟ ਦਿੱਤਾ ਜਾ ਰਿਹਾ ਹੈ ਮੈਂਟਲ ਹੈਲਥ ਮੈਜੋਰਿਟੀ ਵਿੱਚ ਇਸ ਲਈ ਦੇਖੀ ਗਈ ਹੈ ਕਿਉਂਕਿ ਬੱਚਿਆਂ ਦੀ ਸੋਸ਼ਲ ਇੰਟਰੈਕਸ਼ਨ ਨਹੀਂ ਹੈਗੀ ਜਾਂ ਇਨ ਪਰਸਨ ਸਕੂਲਿੰਗ ਨਹੀਂ ਕਰ ਰਹੇ ਨੇ ਕੀ ਕਹਿਣਾ ਹੈ ਤੁਹਾਡਾ ਇਸ ਨਵੀਂ ਅਨਾਉਂਸਮੈਂਟ ਬਾਰੇ Absolutely ਜਦ ਅਸੀਂ ਆਪਣੇ ਸਕੂਲਸ ਦੇ ਬਾਰੇ ਸੋਚ ਕਰਦੇ ਆ ਇਹ ਬਹੁਤ ਇੰਪੋਰਟੈਂਟ এনवायरमेंट ਆ ਨਿਆਣਿਆਂ ਦਾ ਲਰਨਿੰਗ ਵਾਸਤੇ ਐਂਡ ਇਹਨਾਂ ਦੇ ਮੈਂਟਲ ਹੈਲਥ ਵਾਸਤੇ ਜਿਹੜਾ ਸੋਸ਼ਲ ਇੰਟਰੈਕਸ਼ਨਸ ਹੁੰਦੇ ਆ ਆਨਲਾਈਨ ਲਰਨਿੰਗ ਬਹੁਤ ਡਿਫਿਕਲਟ ਆ for a lot of students because ਜਾਂ ਤਾਂ ਐਕਸੈਸ ਨਹੀਂ ਹੈਗੀ ਟੈਕਨੋਲੋਜੀ ਨੂੰ ਜਾਂ ਬਹੁਤ ਡਿਫਿਕਲਟ ਆ independently learn ਕਰਨੇ ਨੂੰ even many parents ਵੀ ਕਹਿੰਦੇ ਆ ਕਿ ਆਪਣੇ families ਵਾਸਤੇ ਬਹੁਤ difficult ਜਦ ਅਸੀਂ ਸੋਚ ਕਰਦੇ ਹਾਂ ਕਿ ਕੋਈ permanent model of online learning ਹੋਗੀ ਇਹ ਸੋਚ ਕਰਨਾ ਚਾਹੀਦਾ ਕਿ ਜਿਹੜੇ ਇਨਵੈਸਟਮੈਂਟਸ ਚਾਹੀਦੇ ਸੀ ਸਾਡੇ ਸਕੂਲ ਸਿਸਟਮ ਦੇ ਵਿੱਚ ਗਵਰਨਮੈਂਟ ਨੇ ਸਿੰਪਲੀ ਕੀਤੇ ਨਹੀਂ ਹੈਗੇ ਨਿਊ ਡੈਮੋਕ੍ਰੈਟਸ ਨੇ ਸਪਟੈਂਬਰ ਤੇ ਪਹਿਲਾਂ ਅਗਲੇ ਸਾਲ ਕਿਹਾ ਸੀ ਕਿ ਜਿਹੜੇ ਕਲਾਸਰੂਮਸ ਆ ਉਹਨਾਂ ਦਾ ਸਾਈਜ਼ ਕੈਪ ਕਰਨਾ ਚਾਹੀਦਾ ਹੈ no more than 15 ਸਟੂਡੈਂਟਸ ਇੱਕ ਕਲਾਸਰੂਮ ਦੇ ਵਿੱਚ ਹੋਣੇ ਚਾਹੀਦੇ ਆ ਗਵਰਨਮੈਂਟ ਨੇ ਉਹ ਕੀਤਾ ਨਹੀਂ ਹੈਗਾ Also ਜਦ ਵੈਕਸੀਨਸ ਰੋਲ ਆਊਟ ਹੋਈਆਂ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਐਜੂਕੇਟਰਸ ਨੂੰ ਪ੍ਰਾਇਓਰਟਾਈਜ਼ ਹੋਣਾ ਚਾਹੀਦਾ ਹੈ ਬਿਕਾਜ਼ ਇਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਚਾਹੀਦਾ ਹੈ ਪਰ ਉਹਨਾਂ ਨੇ ਉਹ ਕੀਤਾ ਨਹੀਂ ਹੈਗਾ ਐਂਡ ਫਿਰ ਅਸੀਂ ਦੇਖਿਆ ਕਿ ਇੱਕ ਮਿੰਟ ਮਿਨਿਸਟਰ ਕਹਿੰਦਾ ਹੈ ਕਿ schools are safe and they're the safest place to be but science indicate ਕਰਦੀ ਹੈ ਕਿ schools ਦੇ ਵਿੱਚ outbreaks ਹੁੰਦੇ ਹਨ ਹੁਣ ਪੀਲ ਰੀਜਨ ਦੇ ਵਿੱਚ ਡਾਕਟਰ ਲੋ ਨੇ even ਮਿਨਿਸਟਰ ਤੇ ਪਹਿਲਾਂ schools shut down ਕੀਤੀਆਂ ਸੀ because outbreaks ਹੁੰਦੀਆਂ ਸੀ ਜਿਹੜੀ ਪ੍ਰੈਪਰੇਸ਼ਨ ਹੋਣੀ ਚਾਹੀਦੀ ਸੀ ਸਕੂਲ ਸਿਸਟਮ ਦੇ ਵਿੱਚ ਉਹਨਾਂ ਨੇ ਨਹੀਂ ਕੀਤਾ ਐਂਡ ਹੁਣ ਸਾਰਾ ਸਮਰ ਦੁਬਾਰੇ ਪਾਸ ਹੋਊਗਾ ਐਂਡ ਜਿਹੜੇ ਇਨਵੈਸਟਮੈਂਟਸ ਹੋਣੀਆਂ ਚਾਹੀਦੀਆਂ ਸੀ ਉਹਨਾਂ ਨੇ ਕੀਤਾ ਨਹੀਂ ਆਈ ਥਿੰਕ ਬੋਥ ਕਮਿਊਨਿਟੀ ਮੈਂਬਰਸ ਕੰਸਰਨਡ ਆ ਕਿ ਕੋਈ ਇੱਕ ਪਰਮਨੈਂਟ ਆਨਲਾਈਨ ਲਰਨਿੰਗ ਦੇ ਸੋਰਟ ਆਫ ਡਾਇਰੈਕਸ਼ਨ ਦੇ ਵਿੱਚ ਚੱਲੇ ਆ ਕਿ ਇਹ ਸਕੂਲ ਸਿਸਟਮ ਐਂਡ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਪਰਮਨੈਂਟ ਚੇਂਜਸ ਹੋਣਗੀਆਂ not for the quality of education but for other private interests ਜਿਹੜੇ ਸਾਡੇ ਸਕੂਲ ਸਿਸਟਮ ਦੇ ਵਿੱਚ ਆ ਸਕਦੇ ਆ ਹੁਣ ਜਦ ਅਸੀਂ ਸੋਚ ਕਰਦੇ ਹਾਂ ਕਿ ਇਹ ਇੰਪੈਕਟਸ ਲੌਂਗ ਟਰਮ ਕੀ ਹੋ ਸਕਦੀਆਂ ਇਹ ਛੋਟੇ ਨਿਆਣਿਆਂ ਨੂੰ ਸਕਰੀਨ ਟਾਈਮ ਕੱਟ ਹੋਣਾ ਚਾਹੀਦਾ ਹੈ ਪਰ ਮਿਨਿਸਟਰ ਐਕਚੁਅਲੀ ਇਨਕਰੀਜ਼ ਕਰਦਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਨੂੰ ਕਿ ਜਿਹੜੀਆਂ ਇਨਵੈਸਟਮੈਂਟਸ ਚਾਹੀਦੀਆਂ ਸੀ ਸਕੂਲਾਂ ਦੇ ਵਿੱਚ ਇਹਨਾਂ ਨੂੰ ਕਰੋ ਪ੍ਰਪੇਅਰ ਕਰੋ ਕਿ ਸਟੂਡੈਂਟਸ ਆਪਣੇ ਕਲਾਸਰੂਮਸ ਦੇ ਵਿੱਚ ਰਿਟਰਨ ਕਰ ਸਕਦੇ ਆ
ਜੀ ਸਾਰਾ ਅਖੀਰ ਦੇ ਵਿੱਚ ਜੇ ਵੈਕਸੀਨ ਦੀ ਗੱਲ ਕਰੀਏ ਤਾਂ ਵੈਕਸੀਨ ਇਜ਼ ਵਨ ਆਫ ਦਾ ਸੋਲੂਸ਼ਨ। ਹੁਣ ਜਿਵੇਂ ਓਨਟਾਰੀਓ ਸਰਕਾਰ ਵੱਲੋਂ ਵੈਕਸੀਨੇਸ਼ਨ ਰੋਲ ਆਊਟ ਪਲਾਨ ਵਿੱਚ ਤੇਜ਼ੀ ਲਿਆਂਦੀ ਗਈ ਹੈ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਜ਼ਰੂਰ ਹੁਣ ਅਸੀਂ ਕਮਿਊਨਿਟੀ ਨੂੰ ਬਹੁਤ ਇਨਕਰੇਜ ਕਰਦੇ ਹਾਂ ਕਿ ਫਾਈਨਲੀ ਸਾਰੇ ਕਮਿਊਨਿਟੀ ਅਪੀਲ ਦੇ ਵਿੱਚ ਵੈਕਸੀਨ ਲੈ ਸਕਦੇ ਆ। ਮੈਂ ਇਸ ਵੀਕ ਆਪਣੀ ਵੈਕਸੀਨ ਲਈ ਆਪਣੇ ਫੈਮਿਲੀ ਦੇ ਨਾਲ ਬਿਕਾਜ਼ ਅਸੀਂ ਐਸੈਂਸ਼ੀਅਲ ਵਰਕਰਸ ਫੈਮਿਲੀ ਆ ਐਂਡ ਆਲਸੋ ਹੌਟ ਸਪੌਟ ਕਮਿਊਨਿਟੀ ਦੇ ਵਿੱਚ ਰਹਿੰਦੇ ਆ। ਸੋ ਅਸੀਂ ਇਨਕਰੇਜ ਕਰਦੇ ਹਾਂ ਕਿ ਵੈਕਸੀਨ ਸੇਫ ਆ ਐਂਡ ਇਹ ਜਦ ਤੁਹਾਨੂੰ ਮੌਕਾ ਮਿਲੂਗਾ ਪਲੀਜ਼ ਗੈਟ ਯੂਰ ਟੀਕਾ ਬਿਕਾਜ਼ ਇਹ ਨਾਟ ਓਨਲੀ ਆਪਣੇ ਸੈਲਫ ਨੂੰ ਪ੍ਰੋਟੈਕਟ ਕਰ ਸਕਦੇ ਆ ਪਰ ਕਮਿਊਨਿਟੀ ਨੂੰ ਵੀ ਪ੍ਰੋਟੈਕਟ ਕਰ ਸਕਦੇ ਆ। ਪਰ ਬਹੁਤ ਇੰਪੋਰਟੈਂਟ ਆ ਨੋਟ ਕਰਨੇ ਨੂੰ ਕਿ ਜਿਹੜੀ ਮਿਸ ਇਨਫੋਰਮੇਸ਼ਨ ਕਮਿਊਨਿਟੀ ਨੂੰ ਮਿਲਦੀ ਆ ਕਿ ਮੈਂਬਰਸ ਤੇ ਇਹ ਅਨਫੋਰਚੂਨੇਟ ਆ ਐਂਡ ਸੋ ਅਸੀਂ ਇਨਕਰੇਜ ਕਰਦੇ ਹਾਂ ਕਿ ਕਮਿਊਨਿਟੀ ਨੂੰ ਸਾਇੰਸ ਐਕਸਪਰਟਸ ਦੀ ਐਡਵਾਈਸ ਸੁਣਨੀ ਚਾਹੀਦੀ ਹੈ। ਵੈਕਸੀਨਸ ਆਰ ਸੇਫ, they will protect us and we encourage people to get it, ਪਰ ਵੈਕਸੀਨਸ ਓਨਲੀ ਸੋਲੂਸ਼ਨ ਨਹੀਂ ਹੈਗੀ। ਨਾਲ ਦੀ ਨਾਲ ਦੂਜੀ ਪਬਲਿਕ ਹੈਲਥ ਇਨਵੈਸਟਮੈਂਟਸ ਵੀ ਚਾਹੀਦੀਆਂ ਜਿੱਦਾਂ ਅਸੀਂ ਕਿਹਾ ਪੇਡ ਸਿਕ ਡੇਜ਼ ਨੂੰ ਬਿਕਾਜ਼ ਅਜੇ ਵੀ ਦੇਖਦੇ ਹਾਂ ਕਿ ਈਵਨ ਜਦ ਫਰਸਟ ਟੀਕਾ ਮਿਲੂਗਾ you're not out of the risk area ਜਦ ਤੱਕ ਸੈਕੰਡ ਟੀਕਾ ਨਹੀਂ ਮਿਲਦਾ। ਸੋ ਅਸੀਂ ਇਨਕਰੇਜ ਕਰਦੇ ਹਾਂ ਕਿ ਆਪਣੀ ਪਹਿਲਾ ਟੀਕਾ ਲਿਓ ਪਰ ਆਲਸੋ ਗਵਰਨਮੈਂਟ ਨੂੰ ਕਹਿੰਦੇ ਹਾਂ ਕਿ ਜਿਹੜੇ ਦੂਜੇ ਇਨਵੈਸਟਮੈਂਟਸ ਚਾਹੀਦੇ ਨੇ ਸਾਡੇ ਕਮਿਊਨਿਟੀ ਦੇ ਵਿੱਚ ਉਹ ਵੀ ਇਨ ਟੈਂਡਮ ਹੋਣੀਆਂ ਚਾਹੀਦੀਆਂ। ਜੀ ਸਾਰਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। Thank you so much and please stay safe everyone. ਸੋ ਹੁਣ ਤੱਕ ਲਈ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।